कर चुके हैं, ठीक है। टेक्निक्स ऑफ साइंटिफिक मैनेजमेंट ते आपां नूं पता ही है, आपां दो टेक्निक्स जिहड़ियां पहलां कर चुके हैं। किहड़ी किहड़ी? एक तां सीगी फंक्शनल फोरमैनशिप, जिहदे विच 8 मैनेजर्स दी गल कीती सी, 8 पॉइंट्स जिहड़े सीगे लए सी, 8 डिविजन्स कीतियां सीगीआं, जिहदे च रूट क्लर्क, इंस्ट्रक्शन कार्ड क्लर्क, टाइम एंड पोस्ट क्लर्क, शॉप डिसिप्लिनेरियन, गैंग बॉस, स्पीड बॉस, स्पेयर बॉस, इंस्पेक्टर, मतलब 4 तां प्लैनिंग वाले सीगे और 4 ਜਿਹੜੇ ਸੀ ਸ਼ਾਪ ਦੇ ਵਿੱਚ ਜਿੱਥੇ ਕੰਮ ਹੋ ਰਿਹਾ ਉੱਥੇ ਕੰਮ ਜਿਹੜਾ ਹੈਗਾ ਦੇਖਣਗੇ। ਇਸ ਤਰ੍ਹਾਂ ਆਪਾਂ ਕੀਤਾ ਸੀ। ਸੈਕਿੰਡ ਜਿਹੜੀ ਟੈਕਨੀਕ ਕੀਤੀ ਸੀ ਉਹ ਕੀਤੀ ਸੀ ਸਟੈਂਡਰਡਾਈਜੇਸ਼ਨ ਐਂਡ ਸਿੰਪਲੀਫਿਕੇਸ਼ਨ ਆਫ ਵਰਕ, ਕਿ ਵੀ ਸਾਰੇ ਕੰਮਾਂ ਦੇ ਸਟੈਂਡਰਡਸ ਬਣਾ ਦਿੱਤੇ ਜਾਣ ਤੇ ਉਹਨਾਂ ਸਟੈਂਡਰਡਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਹੈਗਾ ਕੰਮ ਕੀਤਾ ਜਾਏ, ਅਕੋਰਡਿੰਗਲੀ ਦੈਟ ਕਰਵਾਇਆ ਜਾਏ, ਤੇ ਨਾਲ ਹੀ ਜਿਹੜਾ ਕੰਮ ਹੈ ਉਹਨੂੰ ਸਿੰਪਲੀਫਾਈ ਕੀਤਾ ਜਾਏ, ਸਿੰਪਲ ਵੇ ਨਾਲ ਕੀਤਾ ਜਾਏ, ठीक है, सौखे तरीके नाल कीता जाए। ਇਹਦੇ ਨਾਲ ਆਰਗੇਨਾਈਜੇਸ਼ਨ ਨੂੰ ਫਾਇਦਾ ਹੁੰਦਾ ਬੇਟਾ। ਹੁਣ ਆਪਾਂ ਜਿਹੜੀ ਨੈਕਸਟ ਕਰਨਾ ਹੈ, ਅੱਜ ਥਰਡ ਟੈਕਨੀਕ ਕਰਨੀ ਹੈ, ਉਹ ਹੈ ਜਿਹੜੀ ਥਰਡ ਟੈਕਨੀਕ ਆਪਾਂ ਨੇ ਕਰਨੀ ਹੈ ਉਹ ਹੈਗੀ ਹੈ ਫਟੀਕ ਸਟੱਡੀ। ਫਟੀਕ ਸਟੱਡੀ फटीक 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 का मतलब है फटीक का मतलब ਹੁੰਦਾ ਹੈਗਾ ਕਿ ਜਿੱਦਾਂ ਆਪਾਂ ਕਿੰਨਾ ਆਪਣੀ ਉਹਦੇ ਚ એનર્ਜੀ ਲੱਗੀ ਕੰਮ ਕਰਨ ਦੇ ਵਿੱਚ, ਸਾਡੀ ਕਿੱਡੀ એનર્ਜੀ ਵੇਸਟ ਹੋਈ। ਠੀਕ ਹੈ, ਤੁਸੀਂ ਕੰਮ ਕਰਦੇ ਹੋ, ਕੰਮ ਕਰਦੇ ਕਰਦੇ ਥੱਕ ਜਾਂਦੇ ਹੋ ਨਾ, ਠੀਕ ਹੈ, ਜਾਂ ਲਿਖਦੇ ਲਿਖਦੇ ਕੀ ਥੱਕ ਜਾਂਦਾ, ਤੁਹਾਡਾ ਹੱਥ ਥੱਕ ਜਾਂਦਾ ਹੈ, ਜਾਂ ਫਿਰ ਪੜ੍ਹਦੇ ਪੜ੍ਹਦੇ ਤੁਹਾਡਾ ਦਿਮਾਗ ਥੱਕਣ ਲੱਗ ਜਾਂਦਾ। ਤੁਸੀਂ ਇੱਕ ਸਮੇਂ ਤੇ ਆ ਕੇ ਕਹਿੰਦੇ ਹੋ ਕਿ ਹੁਣ ਨਾ ਮੇਰੇ ਤੋਂ ਪੜਿਆ ਨਹੀਂ ਜਾ ਰਿਹਾ, ਹੁਣ ਮੈਨੂੰ ਯਾਦ ਨਹੀਂ ਹੋ ਰਿਹਾ, ਜਾਂ ਫਿਰ ਮੇਰੇ ਹੱਥ ਦੁਖਣ ਲੱਗ ਗਏ, ਹੁਣ ਤਾਂ ਮੇਰੇ ਤੋਂ ਲਿਖਿਆ ਹੀ ਨਹੀਂ ਜਾ ਰਿਹਾ। ਠੀਕ ਹੈ, ਜੇ ਲਿਖੋਗੇ ਵੀ ਤਾਂ ਥੋੜਾ ਗੰਦਾ ਲਿਖਿਆ ਜਾਏਗਾ, ਸਾਫ਼ ਨਹੀਂ ਲਿਖਿਆ ਜਾਏਗਾ, ਟੇਢਾ ਮੇਢਾ ਵੀ ਲਿਖਿਆ ਜਾਏਗਾ। ਇਸੇ ਤਰ੍ਹਾਂ ਜਦੋਂ ਤੁਸੀਂ ਯਾਦ ਕਰ ਰਹੇ ਹੋ, ਪੜ੍ਹ ਰਹੇ ਹੋ, ਕੋਈ ਰੀਡਿੰਗ ਕਰ ਰਹੇ ਹੋ, ਤਾਂ ਤੁਹਾਡੀਆਂ ਅੱਖਾਂ ਥੱਕ ਜਾਂਦੀਆਂ ਨੇ, ਮੂੰਹ ਥੱਕ ਜਾਂਦਾ ਬੋਲ ਬੋਲ ਕੇ, ਜਾਂ ਫਿਰ ਤੁਹਾਡਾ ਸਿਰ ਜਿਹੜਾ ਹੈ ਉਹ ਕਹਿੰਦਾ ਜਵਾਬ ਦੇ ਰਿਹਾ ਹੁੰਦਾ, ਮਤਲਬ ਕਿ ਤੁਹਾਨੂੰ ਫਿਰ ਯਾਦ ਨਹੀਂ ਹੁੰਦਾ। ਠੀਕ ਹੈ, ਇਸੇ ਤਰ੍ਹਾਂ ਜਿਵੇਂ ਤੁਸੀਂ ਤੁਰਦੇ ਜਾਂਦੇ ਹੋ ਤੁਸੀਂ ਕਹਿੰਦੇ ਹੋ ਥੱਕ ਗਏ, ਹੁਣ ਇੱਕ ਦਰਖਤ ਆ ਗਿਆ, ਇੱਥੇ ਬੈਠ ਹੀ ਜਾਈਏ 10 ਮਿੰਟ। ਠੀਕ ਹੈ, ਕਿਉਂ? ਕਿਉਂਕਿ ਤੁਹਾਡਾ ਸਰੀਰ ਥੱਕ ਜਾਂਦਾ। ਫਟੀਕ ਦਾ ਮਤਲਬ ਵੀ ਥਕਾਵਟ ਦੇ ਨਾਲ ਹੈ। ਫਟੀਕ ਨੂੰ ਪੰਜਾਬੀ ਵਿੱਚ ਤੁਸੀਂ ਥਕਾਵਟ ਵੀ ਕਹਿ ਸਕਦੇ ਹੋ, ਕਿ ਥਕਾਵਟ ਦੀ ਸਟੱਡੀ ਕਰਨੀ ਹੈ। ਕਿੰਨੇ ਕਰਨੀ ਹੈ? ਮੈਨੇਜਰਸ ਨੇ। ਕਿ ਉਹ ਕਾਹਦੇ ਲਈ ਕਰਨੀ ਹੈ? ਇਸ ਕਰਕੇ ਕਰਨੀ ਹੈ ਕਿ ਵਰਕਰਸ ਜਿਹੜੇ ਨੇ ਉਹ ਕਈ ਤਾਂ ਮੈਂਟਲ ਕੰਮ ਕਰਦੇ ਨੇ, ਕਈ ਫਿਜ਼ੀਕਲ ਕੰਮ ਕਰਦੇ ਨੇ। ਠੀਕ ਹੈ, ਤਾਂ ਉਹ ਜਿਹੜਾ ਕੰਮ ਕਰਦੇ ਨੇ ਉਹ ਕਿਤੇ ਨਾ ਕਿਤੇ ਥੱਕ ਜਾਂਦੇ ਨੇ। ਠੀਕ ਹੈ, ਕਦੋਂ ਥੱਕ ਜਾਂਦੇ ਨੇ, ਕਿਹੜੇ ਕੰਮ ਕਰਦੇ ਨੇ ਉਹਨਾਂ, ਕਿਉਂਕਿ ਹਰੇਕ ਵਰਕਰ ਦਾ ਕੰਮ ਵੱਖਰਾ ਵੱਖਰਾ, ਤਾਂ ਜਦੋਂ ਉਹ ਕੰਮ ਕਰਦੇ ਨੇ ਤਾਂ ਕੁਝ ਸਮੇਂ ਦੇ ਬਾਅਦ ਉਹ ਥੱਕ ਜਾਂਦੇ ਨੇ। ਕਹਿੰਦੇ ਫਿਰ ਇਹ ਚੈੱਕ ਕਰੋ, ਮਤਲਬ ਕਿ ਬਾਰ-ਬਾਰ ਜਿਹੜਾ ਹੈ ਕਿ ਕਿੰਨਾ ਕੰਮ ਉਹ ਕਿਸ ਵਧੀਆ ਤਰ੍ਹਾਂ ਨਾਲ ਕਰਦੇ ਨੇ, ਕਿੰਨੇ ਸਮੇਂ ਤੱਕ ਵਧੀਆ ਕੰਮ ਕਰ ਸਕਦੇ ਨੇ, ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਕੀ ਦੇਣਾ ਹੁੰਦਾ ਹੈਗਾ, ਕੁਝ ਰੈਸਟ ਦੇਣੀ ਹੁੰਦੀ ਹੈ, ਕੁਝ ਰੈਸਟ ਦੇਣੀ ਹੁੰਦੀ ਹੈ, ਕੁਝ ਰੈਸਟ ਦੇਣੀ ਹੁੰਦੀ ਹੈ ਉਹਨਾਂ ਨੂੰ, ਕਿ ਕਿੰਨੇ ਸਮੇਂ ਦੇ ਬਾਅਦ ਰੈਸਟ ਦੇਣੀ ਹੈ ਔਰ ਕਿੰਨੀ ਵਾਰੀ ਰੈਸਟ ਦੇਣੀ ਹੈ। ਜਿਵੇਂ 8 ਘੰਟੇ ਦੀ ਸ਼ਿਫਟ ਹੈ ਤਾਂ ਉਹਦੇ ਚ ਕਿੰਨੀ ਵਾਰੀ ਜਿਹੜੀ ਹੈ ਉਹਨਾਂ ਨੂੰ ਰੈਸਟ ਦੇਣੀ ਹੈ ਔਰ ਕਿੰਨੇ ਸਮੇਂ ਦੀ ਦੇਣੀ ਹੈ, ਕਿੰਨੀਆਂ ਰੈਸਟ ਦੇਣੀਆਂ ਨੇ। ਇਸ ਤਰ੍ਹਾਂ ਦਾ ਸਾਰਾ ਜਿਹੜਾ ਪਹਿਲਾਂ ਪੂਰਾ ਉਹਦੇ ਤੇ ਸਾਇੰਟਿਫਿਕ ਜਿਹੜੀ ਹੈ ਰਿਸਰਚ ਹੋਏਗੀ ਕਿ ਕਿੰਨੇ ਕੁ ਥੱਕ ਜਾਂਦੇ ਨੇ ਜਾਂ ਕੀ ਕਰਦੇ ਨੇ, ਉਸ ਹਿਸਾਬ ਦੇ ਨਾਲ ਉਹਨਾਂ ਦੀ ਰੈਸਟ ਫਿਕਸ ਕਰਨੀ ਚਾਹੀਦੀ ਹੈ। ਠੀਕ ਹੈ, ਤਾਂ ਇਹਨੂੰ ਕਹਿੰਦੇ ਨੇ ਫਟੀਕ ਸਟੱਡੀ। ਟੇਲਰ ਬਹੁਤ ਇਹਦੇ ਤੇ ਜ਼ੋਰ ਦਿੰਦਾ ਹੈ ਕਿ ਵੀ ਸਭ ਨੂੰ ਰੈਸਟ ਦੇਣੀ ਚਾਹੀਦੀ ਹੈ, ਤਾਂ ਕਿ ਜਿਹੜਾ ਹੈ ਫਿਰ ਉਹ ਅੱਛੀ ਤਰ੍ਹਾਂ ਨਾਲ, ਜਦੋਂ ਆਪਾਂ ਨੂੰ ਥੋੜੀ ਜਿਹੀ ਰੈਸਟ ਮਿਲ ਜਾਂਦੀ ਹੈ ਬੇਟਾ, ਫਿਰ ਆਪਾਂ ਵਧੀਆ ਤਰ੍ਹਾਂ ਨਾਲ ਕੰਮ ਕਰਨ ਲੱਗ ਜਾਂਦੇ ਆ ਨਾ। ਇਸ ਕਰਕੇ ਜਿਹੜਾ ਹੈ ਕਹਿੰਦਾ ਰੈਸਟ ਜ਼ਰੂਰੀ ਹੈ, ਮਤਲਬ ਬ੍ਰੇਕ ਦੇਣੀ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਤੁਸੀਂ ਵੀ ਸਕੂਲ ਦੇ ਵਿੱਚ 4-5 ਪੀਰੀਅਡ ਲਗਾ ਲੈਂਦੇ ਹੋ ਤਾਂ ਤੁਹਾਨੂੰ ਬ੍ਰੇਕ ਕਰ ਦਿੱਤੀ ਜਾਂਦੀ ਹੈ ਕਿ ਥੋੜਾ ਖਾ ਲਿਆ ਜਾਏ, ਥੋੜਾ ਇੱਧਰ ਉੱਧਰ ਘੁੰਮ ਲਿਆ ਜਾਏ, ਵੀ ਬੈਠੇ ਬੈਠੇ ਤੁਸੀਂ ਥੱਕ ਗਏ। ਠੀਕ ਹੈ, ਸੋ ਇਹਨੂੰ ਫਟੀਕ ਸਟੱਡੀ ਕਹਿੰਦੇ ਆ। ਨੈਕਸਟ ਜਿਹੜੀ ਹੈ ਤੁਹਾਡੀ ਉਹ ਹੈ ਮੈਥਡ ਸਟੱਡੀ। ਠੀਕ ਹੈ, ਕਿ ਕੰਮ ਕਰਨ ਦਾ ਮੈਥਡ ਕੀ ਹੋਏਗਾ। ਠੀਕ ਹੈ, ਕੰਮ ਕਰਨ ਦਾ ਮੈਥਡ ਤਰੀਕਾ ਜਿਹੜਾ ਹੈ ਉਹ ਕੀ ਹੋਏਗਾ। ਠੀਕ ਹੈ, ਕਿਉਂਕਿ ਟੇਲਰ ਨੇ ਤੁਹਾਨੂੰ, ਮੈਂ ਪਹਿਲਾਂ ਹੀ ਤੁਹਾਡਾ ਪ੍ਰਿੰਸੀਪਲ ਜਿਹੜਾ ਕਰਾਇਆ ਸੀਗਾ
ਉਹ ਕਿਹੜਾ ਕਰਵਾਇਆ ਸੀ? ਟੇਲਰ ਕਹਿੰਦਾ ਸੀ ਬੈਸਟ ਮੈਥਡ ਹੋਣਾ ਚਾਹੀਦਾ, ਸਾਇੰਟਿਫਿਕ ਮੈਥਡ ਹੋਣਾ ਚਾਹੀਦਾ ਹੈ, ਰੂਲ ਆਫ ਥੰਬ ਮੈਥਡ ਨਹੀਂ ਚਲੇਗਾ, ਰੂਲ ਆਫ ਥੰਬ ਮੈਥਡ ਨਹੀਂ ਚਲੇਗਾ। ਮੈਂ ਤੁਹਾਨੂੰ ਦੱਸਿਆ ਸੀ ਕਿ ਅਨਪੜਾਂ ਵਾਲਾ ਕੰਮ ਨਹੀਂ ਕਰਨਾ, ਇਹੀ ਕਿਹਾ ਸੀ ਨਾ ਕਿ ਵੀ ਅੰਗੂਠਾ ਛਾਪ ਦੀ ਤਰ੍ਹਾਂ ਕੰਮ ਨਹੀਂ ਕਰਨਾ, ਸਾਇੰਟਿਫਿਕ ਵੇ ਨਾਲ ਕੰਮ ਕਰਨਾ। ਤਾਂ ਫਿਰ ਉਹ ਕਹਿੰਦਾ ਕਿ ਕੰਮ ਕਰਨ ਦੇ ਜਿੰਨੇ ਵੀ ਢੰਗ ਹੈ ਨਾ ਬੇਟੇ, ਉਹਦੇ ਤੇ ਪਹਿਲਾਂ ਪੂਰੀ ਰਿਸਰਚ ਕੀਤੀ ਜਾਏ ਕਿ ਕਿਹੜਾ ਕੰਮ ਜਿਹੜਾ ਆਰਗੇਨਾਈਜੇਸ਼ਨ ਨੂੰ ਫਾਇਦਾ ਦੇਗਾ। ਖਾਸ ਕਰਕੇ ਤਾਂ ਬੇਟੇ ਕੀ ਹੁੰਦਾ ਕਿ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਹੈ ਨਾ, ਉਹਨੂੰ ਇਹ ਹੁੰਦਾ ਹੈ ਕਿ ਜਿਹੜਾ ਵੀ ਕੰਮ ਕੀਤਾ ਜਾਏ ਨਾ ਉਹਦੇ ਤੇ ਜਿਹੜਾ ਹੈ ਐਕਸਪੈਂਡੀਚਰ ਘੱਟ ਤੋਂ ਘੱਟ ਆਏ। ਜਿਵੇਂ ਆਪਾਂ ਕਹਿੰਦੇ ਆ ਕਿ ਕੱਪੜਾ ਬਣਾਉਣਾ, ਉਹ ਹੱਥ ਨਾਲ ਵੀ ਬੁਣਿਆ ਜਾ ਸਕਦਾ, ਤੁਹਾਨੂੰ ਪਤਾ ਹੈ ਕਿ ਮਸ਼ੀਨਾਂ ਤੇ ਵੀ ਬੁਣਿਆ ਜਾ ਸਕਦਾ ਹੈਗਾ। ਤੇ ਜੇ ਦੋਨਾਂ ਤੇ ਕਰਵਾ ਕੇ ਦੇਖ ਲਓ, ਬਾਰ-ਬਾਰ ਕਰਵਾ ਕੇ ਦੇਖ ਲਓ, ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਦੋਨਾਂ ਤਰੀਕਿਆਂ ਨਾਲ ਜਦੋਂ ਬਣਾਉਂਦੇ ਆ ਤਾਂ ਉਦੋਂ ਆਪਾਂ ਨੂੰ ਜਿਹੜਾ ਕਿਸ ਦੇ ਵਿੱਚ ਜਿਹੜਾ ਕੰਮ ਸਸਤਾ ਪੈਂਦਾ ਤੇ ਵਧੀਆ ਹੁੰਦਾ ਹੈ ਨਾ, ਤਾਂ ਫਿਰ ਉਹਦੇ ਹਿਸਾਬ ਨਾਲ ਫਿਰ ਮੈਥਡ ਫਿਕਸ ਕੀਤਾ ਜਾ ਸਕਦਾ ਕੰਮ ਦਾ। ਸੋ ਸਾਇੰਟਿਫਿਕ ਤਰੀਕੇ ਦੇ ਨਾਲ ਸਿਲੈਕਸ਼ਨ ਕਰਨੀ ਹੈਗੀ ਹੈ ਮੈਥਡ ਦੀ, ਠੀਕ ਹੈ। ਫਿਫਥ ਜਿਹੜੀ ਟੈਕਨੀਕ ਹੈ ਉਹ ਹੈ ਟਾਈਮ ਸਟੱਡੀ, ਕਿ ਟਾਈਮ ਕਿੰਨਾ ਲੱਗੇਗਾ ਕਿਸੇ ਵੀ ਕੰਮ ਨੂੰ ਕਰਨ ਲਈ। ਸਮਾਂ ਜਿਹੜਾ ਹੈ, ਟਾਈਮ ਜਿਹੜਾ ਹੈ ਉਹ ਫਿਕਸ ਕਰਨਾ ਹੁੰਦਾ ਕਿ ਵਰਕਰਸ ਨੂੰ ਨਾ ਬੇਟੇ ਇੱਕ ਸਟੈਂਡਰਡ ਦੱਸਣਾ ਹੁੰਦਾ ਕਿ ਇੰਨੇ ਸਮੇਂ ਦੇ ਵਿੱਚ ਤੁਸੀਂ ਇੰਨੀਆਂ ਚੀਜ਼ਾਂ ਬਣਾਉਣੀਆਂ ਨੇ, ਠੀਕ ਹੈ। ਤਾਂ ਫਿਰ ਉਹ ਸਟੈਂਡਰਡ ਬਣਾਉਣ ਦੇ ਵਾਸਤੇ ਨਾ ਬਾਰ-ਬਾਰ ਜਿਹੜੇ ਐਵਰੇਜ ਵਰਕਰਸ ਨੇ ਜਾਂ ਜਿਹੜੇ ਹੈਗੇ ਆ ਉਹਨਾਂ ਤੋਂ ਬਾਰ-ਬਾਰ ਕੰਮ ਕਰਵਾ ਕੇ ਪਹਿਲਾਂ ਦੇਖਣਾ ਹੈ। ਕਹਿਣ ਦਾ ਭਾਵ ਹੈ ਕਿ ਪਹਿਲਾਂ ਪੂਰੀ ਰਿਸਰਚ ਕਰਨੀ ਹੈ, ਠੀਕ ਹੈ। ਜਦੋਂ ਅਸੀਂ ਕੋਈ ਵੀ ਕੰਮ ਕਰਵਾਉਣਾ, ਜਿਵੇਂ ਇੱਕ ਐਵਰੇਜ ਤੁਹਾਨੂੰ ਲੱਗਿਆ ਕਿ ਇਹ ਜਿਹੜਾ ਹੈ ਕਿ ਐਵਰੇਜ ਸਮੇਂ ਦੇ ਵਿੱਚ ਕੰਮ ਕਰ ਰਿਹਾ, ਤਾਂ ਕਹਿੰਦੇ 100 ਟਾਈਮਸ ਉਹਨੂੰ ਨੋਟ ਕਰੋ। ਔਰ ਨੋਟ ਪਤਾ ਕਿਵੇਂ ਕਰਨਾ ਹੈ ਕਿ ਜਿਹੜੀ ਸਟਾਪ ਵਾਚ ਨਹੀਂ ਹੁੰਦੀ ਵੀ ਸੈਕਿੰਡ ਮਿਲੀ ਸੈਕਿੰਡ ਵੀ ਜਿਹੜੇ ਹੈਗੇ ਆ ਉਹ ਉਹਦੇ ਨਾਲ ਜਿਹੜੇ ਆ ਮੈਜਰ ਹੋ ਜਾਂਦੇ ਨੇ। ਜਿਵੇਂ ਰੇਸ ਵਗੈਰਾ ਹੁੰਦੀ ਹੈ, ਤੁਹਾਨੂੰ ਪਤਾ ਨਾ ਇੱਕ ਸਟਾਪ ਵਾਚ ਜੀ ਹੁੰਦੀ ਆ, ਉਹ ਲਗਾ ਦਿੰਦੇ ਨੇ, ਤਾਂ ਉਹਦੇ ਨਾਲ ਪਤਾ ਲੱਗ ਜਾਂਦਾ ਕਿੰਨੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਰੇਸ ਪੂਰੀ ਕੀਤੀ ਹੈ। ਤਾਂ ਜਿਹਨੇ ਸਭ ਤੋਂ ਘੱਟ ਸਮੇਂ 'ਚ ਕੀਤੀ ਹੁੰਦੀ ਉਹਨੂੰ ਆਪਾਂ ਫਰਸਟ ਕਹਿ ਦਿੰਦੇ ਆ। ਤਾਂ ਇਸੇ ਤਰ੍ਹਾਂ ਇਹ ਵਰਕਰਸ ਨੇ ਜਿਹੜੇ ਕਹਿੰਦੇ ਸਟਾਪ ਵਾਚ ਲਗਾ ਕੇ ਉਹਨਾਂ ਤੋਂ ਕੰਮ ਕਰਵਾਉਣਾ। ਤੁਹਾਨੂੰ ਪਤਾ ਚੱਲ ਜਾਏਗਾ ਹਰ ਤਰ੍ਹਾਂ ਦੇ ਵਰਕਰ ਤੋਂ ਕਰਵਾਉਣਾ ਹੈ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਿਵੇਂ ਪਹਿਲਾਂ 5 7 10 ਵਰਕਰਸ ਤੋਂ ਕਰਵਾ ਕੇ ਦੇਖ ਲਓ, ਤਾਂ ਉਹਨਾਂ ਸਾਰਿਆਂ ਦਾ ਟਾਈਮ ਕੱਢ ਕੇ ਦੇਖੋ, 10 ਨੇ ਜਿੰਨਾ ਜਿੰਨਾ ਟਾਈਮ ਲਿਆ ਉਹਨੂੰ ਟੋਟਲ ਕਰ ਲਓ, ਫਿਰ 10 ਨਾਲ ਡਿਵਾਈਡ ਕਰ ਲਓ, ਤਾਂ ਤੁਹਾਡੇ ਕੋਲ ਐਵਰੇਜ ਟਾਈਮ ਆ ਜਾਏਗਾ, ਠੀਕ ਹੈ। ਫਿਰ ਐਵਰੇਜ ਟਾਈਮ ਜਿਹੜਾ ਹੈਗਾ ਕਿੰਨੇ ਕਿੰਨੇ ਐਵਰੇਜ ਟਾਈਮ 'ਚ ਕੰਮ ਕੀਤਾ, ਫਿਰ ਉਸ ਤੋਂ 100 ਟਾਈਮਸ ਕਹਿੰਦੇ 100 ਵਾਰੀ ਕਹਿੰਦੇ ਕਰਵਾ ਕੇ ਦੇਖੋ ਵੀ ਉਹ ਕਿੰਨਾ ਟਾਈਮ ਦਾ ਫਰਕ ਪਾਉਂਦਾ। ਫਿਰ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਸਟੈਂਡਰਡ ਟਾਈਮ ਜਿਹੜਾ ਤੁਸੀਂ ਫਿਕਸ ਕਰ ਸਕਦੇ ਹੋ। ਉਹਦੇ ਨਾਲ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਹੈ ਬੇਟੇ ਵੀ ਜਿਹੜੇ ਵਰਕਰਸ ਜਿਹੜੇ ਨੇ ਸਟੈਂਡਰਡ ਟਾਈਮ 'ਚ ਕੰਮ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਸੈਲਰੀ ਅਲੱਗ ਦਿੱਤੀ ਜਾ ਸਕਦੀ ਹੈ। ਜਿਹੜੇ ਸਟੈਂਡਰਡ ਟਾਈਮ ਤੋਂ ਘੱਟ ਟਾਈਮ ਲੈਂਦੇ ਨੇ, ਇਹਦਾ ਮਤਲਬ ਉਹ ਐਫੀਸ਼ੀਐਂਟ ਨੇ, ਵਧੀਆ ਨੇ, ਜਲਦੀ ਕਰ ਲੈਂਦੇ ਨੇ, ਉਹਨਾਂ ਨੂੰ ਵੱਧ ਸੈਲਰੀ ਵੀ ਦਿੱਤੀ ਜਾ ਸਕਦੀ ਹੈ, ਠੀਕ ਹੈ। ਜਿਹੜੇ ਸਟੈਂਡਰਡ ਟਾਈਮ ਤੋਂ ਜ਼ਿਆਦਾ ਟਾਈਮ ਲੈਂਦੇ ਨੇ, ਇਹਦਾ ਮਤਲਬ ਉਹ ਨਿਕੰਮੇ ਨੇ, ਠੀਕ ਹੈ, ਇਨਐਫੀਸ਼ੀਐਂਟ ਨੇ, ਠੀਕ ਹੈ। ਅਸੀਂ ਜਿਹੜੇ ਹੈ ਵਰਕਰਸ ਉਹਨਾਂ ਨੂੰ ਇਸ ਤਰ੍ਹਾਂ ਡਿਫਰੈਂਟ ਕੈਟੇਗਰੀਜ਼ ਪਾ ਸਕਦੇ ਹਾਂ, ਫਿਰ ਉਹਨਾਂ ਨੂੰ ਡਿਫਰੈਂਟ ਸੈਲਰੀਜ਼ ਵੇਜਿਸ ਦਿੱਤੀਆਂ ਜਾ ਸਕਦੀਆਂ ਨੇ। ਜਦੋਂ ਉਹਨਾਂ ਨੂੰ ਪੈਸੇ ਅਲੱਗ-ਅਲੱਗ ਮਿਲਣਗੇ, ਤਾਂ ਜਿਹੜਾ ਇੱਕ ਇਨਐਫੀਸ਼ੀਐਂਟ ਵਰਕਰ ਹੈ, ਜਿਹੜਾ ਕਿ ਸਟੈਂਡਰਡ ਤੋਂ ਜ਼ਿਆਦਾ ਟਾਈਮ ਦੇ ਵਿੱਚ ਕੰਮ ਕਰਦਾ ਹੈਗਾ, ਮਤਲਬ ਕਿ ਉਹ ਕੰਮ ਘੱਟ ਕਰ ਰਿਹਾ ਹੈ, ਤਾਂ ਫਿਰ ਉਹ ਵੀ ਕੋਸ਼ਿਸ਼ ਕਰੇਗਾ ਕਿ ਮੈਂ ਸਟੈਂਡਰਡ ਟਾਈਮ ਦੇ ਹਿਸਾਬ ਦੇ ਨਾਲ ਕੰਮ ਕਰਾਂ, ਜ਼ਿਆਦਾ ਕੰਮ ਕਰਾਂ ਤਾਂ ਮੇਰੀ ਸੈਲਰੀ ਵੱਧ ਜੂਗੀ, ਠੀਕ ਹੈ। ਤਾਂ ਹਰੇਕ ਵਰਕਰ ਜਿਹੜਾ ਨਾ ਉਹ ਆਪਣੇ ਆਪ ਨੂੰ ਮੋਟੀਵੇਟਿਡ ਰੱਖੇਗਾ। ਉਹਦੇ ਨਾਲ ਕੀ ਹੋਏਗਾ ਕਿ ਹਰੇਕ ਉੱਪਰ ਜਾਣ ਦੀ ਕੋਸ਼ਿਸ਼ ਕਰੇਗਾ। ਜਿਹੜਾ ਘੱਟ ਕਰਦਾ ਉਹ ਵੱਧ ਕਰੇਗਾ ਕਿ ਮੇਰੀ ਸੈਲਰੀ ਵਧੇਗੀ, ਜਿਹੜਾ ਸਟੈਂਡਰਡ ਕਰਦਾ ਉਹ ਵਧੀਆ ਐਫੀਸ਼ੀਐਂਟ ਵਰਕਰਸ 'ਚ ਜਾਣਾ ਚਾਹੁੰਦਾ, ਜਿਹੜੇ ਜਲਦੀ ਜਲਦੀ ਕਰ ਲੈਂਦੇ ਨੇ, ਤਾਂ ਫਿਰ ਉਹ ਆਪਣੇ ਕੰਮ ਦੀ ਪਰਫਾਰਮੈਂਸ ਨੂੰ ਬੈਟਰ ਕਰੇਗਾ। This will very beneficial for the organization। ਹਾਂਜੀ, ਨੈਕਸਟ ਜਿਹੜੀ ਹੈ ਤੁਹਾਡੀ ਉਹ ਹੈ ਮੋਸ਼ਨ ਸਟੱਡੀ। ਨੈਕਸਟ ਜਿਹੜੀ ਹੈਗੀ ਹੈ ਤੁਹਾਡੀ ਉਹ ਹੈ ਮੋਸ਼ਨ ਸਟੱਡੀ। ਮੋਸ਼ਨ ਸਟੱਡੀ ਦਾ ਮਤਲਬ ਹੈ ਕਿ ਮੂਵਮੈਂਟਸ ਕਿੰਨੀਆਂ ਨੇ। ਜਦੋਂ ਵੀ ਬੇਟੇ ਕੋਈ ਵਰਕਰਸ ਕੰਮ ਕਰਦੇ ਨੇ ਨਾ, ਤਾਂ ਉਹਨਾਂ ਦੀਆਂ ਮੂਵਮੈਂਟਸ ਨੋਟ ਕਰਨੀਆਂ ਨੇ। ਮੂਵਮੈਂਟਸ ਦਾ ਮਤਲਬ ਹੈ ਜਿਵੇਂ ਇੱਕ ਮਸ਼ੀਨ ਦੇ ਵਿੱਚ ਕੋਈ ਸਮਾਨ ਪਾਣਾ ਹੁੰਦਾ, ਠੀਕ ਹੈ, ਉਹ ਵਰਕਰ ਜਿਹੜਾ ਹੈ ਥੱਲਿਓਂ ਚੁੱਕ ਰਿਹਾ ਸਮਾਨ, ਧਰਤੀ ਤੇ ਸਮਾਨ ਪਿਆ ਹੋਇਆ, ਉਹ ਫਿਰ ਪਹਿਲਾਂ ਥੱਲੇ ਬੈਂਡ ਹੁੰਦਾ, ਫਿਰ ਸਮਾਨ ਚੁੱਕਦਾ, ਫਿਰ ਮਸ਼ੀਨ ਦੇ ਵਿੱਚ ਪਾਉਂਦਾ, ਫਿਰ ਬੈਂਡ ਹੁੰਦਾ,
फिर समान चुकदा है, फिर मशीन दे विच पांदा है। तो ਉਹਦੇ ਨਾਲ ਕੀ है कि ਇਹ ਉਹਦੀ फालतू दी मूवमेंट है। ਕੀ ਕੀਤਾ ਜਾ ਸਕਦਾ ਵੀ ਉਹਦੇ ਕੋਲ ਇੱਕ ਟੇਬਲ ਰੱਖਿਆ ਜਾ ਸਕਦਾ ਹੈ, ਟੇਬਲ ਦੇ ਉੱਤੇ ਸਮਾਨ ਰੱਖਿਆ ਜਾ ਸਕਦਾ ਹੈ, ਤਾਂ ਫਿਰ ਉਹਨੂੰ ਬਾਰ-ਬਾਰ ਨੀਚੇ ਬੈਂਡ ਨਹੀਂ ਹੋਣਾ ਪਏਗਾ, ਝੁਕਣਾ ਨਹੀਂ ਪਏਗਾ, ਤਾਂ ਉਹ ਸਮਾਨ ਚੁੱਕ ਕੇ ਫਿਰ ਸਿੱਧਾ ਜਦੋਂ ਪਾਏਗਾ ਤਾਂ ਉਹਦੀਆਂ ਮੂਵਮੈਂਟਸ ਘਟ ਜਾਣਗੀਆਂ। ਮਤਲਬ ਇਹ ਦੇਖਣਾ ਹੈ ਕਿ ਜਿਹੜੀਆਂ ਮੂਵਮੈਂਟਸ ਦੀ ਜ਼ਰੂਰਤ ਹੈ ਉਹ ਤਾਂ ਕਰਨੀਆਂ ਹੀ ਪੈਣੀਆਂ ਨੇ, ਜਿਹੜੀਆਂ ਮੂਵਮੈਂਟਸ ਦੀ ਜ਼ਰੂਰਤ ਨਹੀਂ ਹੈ, ਇਹਨੇ ਨਾ ਮੂਵਮੈਂਟਸ ਨੂੰ ਟੇਲਰ ਨੇ ਦੋ ਹਿੱਸਿਆਂ 'ਚ ਵੰਡਣ ਨੂੰ ਕਿਹਾ। ਇੱਕ ਤਾਂ ਕਿਹਾ ਪ੍ਰੋਡਕਟਿਵ, ਇੱਕ ਅਨਪ੍ਰੋਡਕਟਿਵ। ਪ੍ਰੋਡਕਟਿਵ ਮੀਨਸ ਜਿਹੜੀਆਂ ਕਿ ਪ੍ਰੋਡਕਸ਼ਨ ਵਾਸਤੇ ਚਾਹੀਦੀਆਂ ਹੀ ਨੇ, ਕਰਨੀਆਂ ਹੀ ਪੈਣਗੀਆਂ। ਅਨਪ੍ਰੋਡਕਟਿਵ ਜਿਹੜੀਆਂ ਨੂੰ ਬਚਾਇਆ ਜਾ ਸਕਦਾ, ਜਿਨ੍ਹਾਂ ਨੂੰ ਕੱਢਿਆ ਜਾ ਸਕਦਾ, ਜਿਨ੍ਹਾਂ ਨੂੰ ਐਲੀਮੀਨੇਟ ਕੀਤਾ ਜਾ ਸਕਦਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਵੇਂ ਇੱਕ ਵਰਕਰ ਨੂੰ ਨੀਚੇ ਤੋਂ ਸਮਾਨ ਬਾਰ-ਬਾਰ ਝੁੱਕ ਕੇ ਚੁੱਕਣਾ ਪੈ ਰਿਹਾ, ਤਾਂ ਉਹਦੀ ਉਹ ਵਾਲੀ ਜਿਹੜੀ ਮੂਵਮੈਂਟ ਹੈ ਉਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਕਿ ਇੱਕ ਟੇਬਲ ਦਾ ਅਰੇਂਜਮੈਂਟ ਕਰ ਦੋ, ਤਾਂ ਉਹਦੇ ਮੋਸ਼ਨਸ ਘਟ ਜਾਣਗੇ, ਉਹਦੇ ਨਾਲ ਉਹਦੀ ਜਿਹੜੀ ਹੈ ਐਫੀਸ਼ੀਐਂਸੀ ਵੀ ਵਧੇਗੀ, ਉਹ ਥੱਕੇਗਾ ਵੀ ਘੱਟ, ਤੇ ਉਹਦੀ ਜਿਹੜੀ ਹੈ ਪ੍ਰੋਡਕਸ਼ਨ ਕਰਨ ਦੀ ਕੈਪੈਸਿਟੀ ਜਿਹੜੀ ਹੈ ਉਹ ਵੀ ਵੱਧ ਜਾਏਗੀ। ਸੋ ਦਿਸ ਵਾਸ ਦਾ ਮੋਸ਼ਨ ਸਟੱਡੀ। ਨੈਕਸਟ ਹੈ 7th ਤੁਹਾਡੀ ਜਿਹੜੀ ਟੈਕਨੀਕ ਹੈ ਉਹ ਹੈਗੀ ਹੈ ਡਿਫਰੈਂਸ਼ੀਅਲ ਪੀਸ ਵੇਜ ਸਿਸਟਮ। ਡਿਫਰੈਂਸ਼ੀਅਲ ਪੀਸ ਵੇਜ ਸਿਸਟਮ ਕਿ ਡਿਫਰੈਂਟ ਸਿਸਟਮ ਤੁਸੀਂ ਜਿਹੜੀ ਮਜ਼ਦੂਰੀ ਵੇਜ ਹੁੰਦੀ ਹੈ, ਵੇਜਿਸ ਹੁੰਦੀਆਂ ਨੇ, ਮਜ਼ਦੂਰੀ ਨੂੰ ਕਹਿੰਦੇ ਨੇ ਵੇਜ, ਠੀਕ ਹੈ। ਵੇਜ ਸਿਸਟਮ ਕਹਿੰਦੇ ਡਿਫਰੈਂਟ ਕਰ ਦੋ, ਅਲੱਗ-ਅਲੱਗ ਕਰ ਦੋ। ਟਾਈਮ ਦੇ ਵਿੱਚ ਕੰਮ ਕਰਨਗੇ, ਠੀਕ ਹੈ, ਕੁਝ ਸਟੈਂਡਰਡ ਤੋਂ ਜ਼ਿਆਦਾ ਟਾਈਮ ਲੈਣਗੇ, ਕੁਝ ਘੱਟ ਲੈਣਗੇ। ਜਾਂ ਫਿਰ ਜਿਵੇਂ ਇੱਕ ਵਰਕਰ ਹੈ ਜਿਹੜਾ ਸਟੈਂਡਰਡ ਤੁਸੀਂ ਰੱਖ ਦੋ ਕਿ 20 ਪੀਸ ਜਿਹੜੇ ਆ ਤੁਸੀਂ ਆਪਣੇ ਹਰ ਰੋਜ਼ ਦੀ ਡਿਊਟੀ ਦੇ ਵਿੱਚ ਬਣਾਣੇ ਨੇ। ਜਿਹੜੇ ਵਰਕਰਸ ਜਿਹੜੇ ਆ 20 ਬਣਾ ਲੈਂਦੇ ਆ, ਉਹਨਾਂ ਨੂੰ ਸਟੈਂਡਰਡ ਮਜ਼ਦੂਰੀ ਜਿਹੜੀ ਹੈ ਉਹ ਦਿੱਤੀ ਜਾਏਗੀ। ਜਿਵੇਂ ਜਿਹੜੇ 20 ਪੀਸ ਬਣਾਉਂਦੇ ਨੇ ਉਹਨਾਂ ਨੂੰ ਆਪਾਂ 5 ਰੁਪਏ ਪੀਸ ਕਿਹਾ ਉਹਨਾਂ ਨੂੰ ਕਿ ਤੁਹਾਨੂੰ ਮਜ਼ਦੂਰੀ ਦੇਵਾਂਗੇ, ਠੀਕ ਹੈ। ਜਿਹੜੇ 22 ਬਣਾਉਂਦੇ ਨੇ ਨਾ ਉਹਨਾਂ ਨੂੰ ਪਰ ਪੀਸ 6 ਰੁਪਏ ਅਸੀਂ ਦੇਵਾਂਗੇ, ਠੀਕ ਹੈ। ਮਤਲਬ ਸਟੈਂਡਰਡ ਅਲੱਗ-ਅਲੱਗ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਵੀ ਅਲੱਗ-ਅਲੱਗ ਦੇਵਾਂਗੇ। ਜਿਹੜੇ ਤਾਂ ਮਤਲਬ 20 ਪੀਸ ਬਣਾਉਂਦੇ ਨੇ ਉਹਨਾਂ ਨੂੰ 5 ਰੁਪਏ ਪ੍ਰਤੀ ਪੀਸ ਮਤਲਬ 100 ਰੁਪਏ ਮਜ਼ਦੂਰੀ ਮਿਲੇਗੀ। ਜਿਹੜੇ 22 ਬਣਾਉਂਦੇ ਨੇ ਉਹਨਾਂ ਨੂੰ 6 ਰੁਪਏ ਦੇ ਹਿਸਾਬ ਨਾਲ ਮਤਲਬ ਜ਼ਿਆਦਾ ਫਾਇਦਾ ਹੋਏਗਾ। ਪੀਸ ਤਾਂ ਉਹਨਾਂ ਨੇ ਦੋ ਹੀ ਬਣਾਏ ਨੇ ਲੇਕਿਨ ਉਹਨਾਂ ਨੂੰ ਜਿਹੜਾ ਹੈ ਪੈਸੇ 6 ਰੁਪਏ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਮਜ਼ਦੂਰੀ ਮਿਲੇਗੀ 22 ਗੁਣਾ 6, ਠੀਕ ਹੈ, 132 ਰੁਪਏ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ। ਇਸੇ ਤਰ੍ਹਾਂ ਜੇ ਕੋਈ ਵਰਕਰ ਜਿਹੜਾ ਹੈ ਸਟੈਂਡਰਡ ਤੋਂ ਘੱਟ ਬਣਾਉਂਦਾ, ਜਿਵੇਂ ਮੰਨ ਲਓ 10 ਜਿਹੜੇ 20 ਪੀਸ ਤੋਂ ਘੱਟ ਬਣਾਉਂਦਾ ਹੈਗਾ ਜੇ ਕੋਈ, ਠੀਕ ਹੈ, ਤਾਂ ਉਹਨੂੰ ਜਿਹੜਾ ਹੈ ਅਸੀਂ 4 ਰੁਪਏ ਪੀਸ ਦੇ ਹਿਸਾਬ ਦੇ ਨਾਲ ਮਜ਼ਦੂਰੀ ਜਿਹੜੀ ਆ ਉਹ ਦੇ ਸਕਦੇ ਹਾਂ। ਇਹਦੇ ਨਾਲ ਵੀ ਬਿੱਟੇ ਜਿਹੜੇ ਵਰਕਰਸ ਨੇ ਉਹ ਬਹੁਤ ਜ਼ਿਆਦਾ ਮੋਟੀਵੇਟਿਡ ਰਹਿੰਦੇ ਨੇ। ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ 20 ਤੋਂ ਭਾਵੇਂ 21 ਵੱਧ ਬਣਾ ਲਈਏ, 21 ਜ਼ਰੂਰ ਬਣਾਈਏ, ਤਾਂ ਕਿ ਸਾਨੂੰ ਜਿਹੜਾ ਹੈ ਪ੍ਰਤੀ ਪੀਸ ਵੀ ਫਿਰ ਫਾਇਦਾ ਹੋਏਗਾ ਕਿ 5 ਰੁਪਏ ਦੀ ਬਜਾਏ ਸਾਨੂੰ 6 ਰੁਪਏ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਸਾਨੂੰ ਮਜ਼ਦੂਰੀ ਜਿਹੜੀ ਹੈਗੀ ਆ ਉਹ ਮਿਲੇਗੀ। ਹਰ ਕੋਈ ਹਾਇਰ ਵੇਜਿਸ ਵੱਲ ਨੂੰ ਜਾਣਾ ਚਾਹੇਗਾ, ਆਪਣੀ ਪਰਫਾਰਮੈਂਸ ਮਤਲਬ ਮੋਟੀਵੇਟਿਡ ਰਹੇਗਾ ਆਪਣੇ ਆਪ। ਫਿਰ ਉਹਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ ਵੀ ਤੂੰ ਵੱਧ ਕੰਮ ਕਰ, ਤੂੰ ਘੱਟ ਕਰਦਾ ਹੈ, ਡਾਂਟਣ ਦੀ ਲੋੜ ਨਹੀਂ ਹੈ, ਕੁਝ ਨਹੀਂ ਕਰਨਾ ਪਏਗਾ। ਮਤਲਬ ਦਿਸ ਇਜ਼ ਦਾ ਸਾਇੰਟਿਫਿਕ ਮੈਥਡ, ਠੀਕ ਹੈ। ਫਿਰ ਨੈਕਸਟ ਜਿਹੜਾ ਹੈ ਉਹ ਹੈ 8th ਜਿਹੜੀ ਹੈਗੀ ਹੈ ਤੁਹਾਡੀ ਟੈਕਨੀਕ, ਉਹ ਹੈ ਮੈਂਟਲ ਰੈਵੋਲੂਸ਼ਨ। ਮੈਂਟਲ ਰੈਵੋਲੂਸ਼ਨ ਬੇਟੇ ਇੱਥੇ ਨਾਮ ਤਾਂ ਡਿਫਰੈਂਟ ਜਿਹਾ ਹੀ ਹੈਗਾ ਲੇਕਿਨ ਇਹਦਾ ਮਤਲਬ ਇਹ ਹੈਗਾ ਜਿਹੜਾ ਕਿ ਤੁਹਾਨੂੰ ਮੈਂ ਪਹਿਲੇ ਵੀ ਸਮਝਾਇਆ ਸੀਗਾ ਪ੍ਰਿੰਸੀਪਲਸ ਦੇ ਵਿੱਚ ਕਿ ਡਾਂਟਣਾ ਨਹੀਂ ਹੈ ਵਰਕਰਸ ਨੂੰ। ਮਤਲਬ ਵਰਕਰਸ ਤੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਆਪਸੀ ਰਿਲੇਸ਼ਨ ਜਿਹੜੇ ਹੈ ਬਹੁਤ ਵਧੀਆ ਹੋਣ, ਦੋਨਾਂ ਦਾ ਇੱਕ ਦੂਜੇ ਦੇ ਪ੍ਰਤੀ ਜਿਹੜਾ ਹੈ ਐਟੀਟਿਊਡ ਹੈ, ਰਵੱਈਆ ਹੈ, ਉਹ ਬਹੁਤ ਕੂਲ ਹੋਏ, ਠੀਕ ਹੈ, ਪੀਸਫੁਲ ਹੋਏ, ਤਾਂ ਉਹਦੇ ਨਾਲ ਜਿਹੜੀ ਸਾਰੀ ਆਰਗੇਨਾਈਜੇਸ਼ਨ ਹੈ ਨਾ ਬੇਟੇ ਉਹ ਉਹਦੇ ਚ ਕੋਆਪਰੇਸ਼ਨ ਵੀ ਹੋਏਗੀ ਔਰ ਉਹ ਵਧੀਆ ਵੀ ਚਲੇਗੀ, ਝਗੜਿਆਂ ਤੋਂ ਬਚਿਆ ਜਾ ਸਕਦਾ ਹੈਗਾ, ਠੀਕ ਹੈ। ਜਿਵੇਂ ਇੱਕ ਇੱਥੇ ਐਗਜ਼ਾਮਪਲ ਲਿਖੀ ਹੋਈ ਆ ਔਰ ਇਹ ਐਗਜ਼ਾਮਪਲ ਮੈਂ ਤੁਹਾਨੂੰ ਪਹਿਲੇ ਵੀ ਦੱਸੀ ਸੀ ਕਿ ਜਿਵੇਂ ਵਰਕਰਸ ਜਿਹੜੇ ਨੇ ਉਹ ਹਮੇਸ਼ਾ ਇਹੀ ਚਾਹਣਗੇ ਕਿ ਸਾਨੂੰ ਜ਼ਿਆਦਾ ਸੈਲਰੀਜ਼ ਮਿਲਣ, ਠੀਕ ਹੈ, ਸਾਨੂੰ ਜ਼ਿਆਦਾ ਤਨਖਾਹ ਮਿਲੇ, ਵੇਜਿਸ ਸਾਨੂੰ ਜ਼ਿਆਦਾ ਮਿਲਣ, ਲੇਕਿਨ ਮੈਨੇਜਮੈਂਟ ਕਹੇਗੀ ਕਿ ਨਹੀਂ ਫਿਰ ਸਾਡਾ ਪ੍ਰੋਫਿਟ ਘਟ ਜਾਏਗਾ ਤੇ ਸਾਡਾ ਇੰਨਾ ਪ੍ਰੋਫਿਟ ਹੀ ਨਹੀਂ ਹੈ ਕਿ ਅਸੀਂ ਜਿਹੜਾ ਹੈ ਜ਼ਿਆਦਾ ਵੇਜਿਸ ਦੇ ਸਕੀਏ। ਤਾਂ ਉਹ ਦੋਨਾਂ ਨੂੰ ਆਪਸ ਦੇ ਵਿੱਚ ਕੰਪਲੇਂਟ ਰਹੇਗੀ
ਤਾਂ ਉਹਨਾਂ ਦੇ ਝਗੜੇ ਵੀ ਹੋਣਗੇ। ਤਾਂ ਫਿਰ ਕਹਿੰਦੇ ਟੇਲਰ ਇਹ ਕਹਿੰਦਾ ਹੈ ਕਿ ਤੁਸੀਂ ਕੀ ਕਰੋ ਕਿ ਇਸ ਜਿਹੜੇ ਵਰਕਰਸ ਨੇ ਉਹਨਾਂ ਦੇ ਪ੍ਰਤੀ ਕੀ ਕਰੋ, ਐਟੀਟਿਊਡ ਹੀ ਬਦਲ ਲਓ। ਮੈਨੇਜਮੈਂਟ ਨੂੰ ਕਹਿੰਦਾ ਕਿ ਤੁਸੀਂ ਐਟੀਟਿਊਡ ਬਦਲੋ, ਆਪਣਾ ਰਵੱਈਆ ਬਦਲੋ। ਠੀਕ ਹੈ, ਉਹਨਾਂ ਤੇ ਸ਼ੱਕ ਨਾ ਕਰੋ ਵੀ ਇਹ ਤਾਂ ਖਾਮ ਖਾਈ ਜਿਹੜੀ ਹੈ ਤਨਖਾਹ ਵਧਾਉਣ ਲਈ ਉਹੀ ਗੱਲ ਕਰਦੇ ਨੇ। ਉਹਨਾਂ ਨਾਲ ਬੈਠ ਕੇ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਇਹ ਕਹੋ ਕਿ ਤੁਸੀਂ ਜਿਹੜੀ ਹੈ ਇੰਸਟੀਟਿਊਸ਼ਨ ਨੂੰ ਜਾਂ ਆਰਗੇਨਾਈਜੇਸ਼ਨ ਨੂੰ ਕੋਆਪਰੇਟ ਕਰੋ, ਤੇ ਆਪਾਂ ਕੀ ਕਰਦੇ ਆ, ਆਪਾਂ ਨਵੀਂ ਮਸ਼ੀਨ ਲਗਾ ਲੈਂਦੇ ਆ ਤੇ ਤੁਸੀਂ ਵੱਧ ਜਿਹੜਾ ਹੈ ਵਰਕ ਕਰੋ। ਫਿਰ ਜਦੋਂ ਪ੍ਰੋਫਿਟ ਵੱਧ ਹੋਏਗਾ ਤਾਂ ਤੁਹਾਡੀਆਂ ਸੈਲਰੀਜ਼ ਵੀ ਵਧਾ ਦਿੱਤੀਆਂ ਜਾਣਗੀਆਂ। ਮੀਨਸ ਕਿ ਉਹਨਾਂ ਦਾ ਮਾਈਂਡ ਚੇਂਜ ਕਰਨਾ ਹੈ। ਤਦ ਹੀ ਇਹਨੂੰ ਮੈਂਟਲ ਰੈਵੋਲੂਸ਼ਨ ਕਹਿੰਦੇ ਨੇ ਕਿ ਮਾਈਂਡ ਚੇਂਜ ਕਰੋ ਵਰਕਰਸ ਦਾ। ਠੀਕ ਹੈ, ਉਹਨਾਂ ਨੂੰ ਆਰਗੇਨਾਈਜੇਸ਼ਨ ਨੂੰ ਹੈਲਪ ਕਰਨ ਲਈ ਕਹੋ, ਉਹਨਾਂ ਨੂੰ ਕੌਨਫੀਡੈਂਸ ਚ ਲਓ। ਠੀਕ ਹੈ, ਤਾਂ ਕਿ ਜਿਹੜਾ ਉਹ ਅੱਛਾ ਕੰਮ ਕਰਨ। ਠੀਕ ਹੈ, ਇਹ ਸੀਗੀਆਂ ਕੁਝ ਟੈਕਨੀਕਸ 8। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮਝ ਜਿਹੜੀਆਂ ਉਹ ਆਈਆਂ ਹੋਣਗੀਆਂ।